मैडम अपना नाम दस। मेरा नाम सीमा है। ये कितों दे रहने वाले? मैं अमृतसर की हाँ जी, भक्त मैं कौन है ਤੁਹਾਡੇ ਤੋਂ ਬਾਹਰ? मेरा बेटा है उत्थे और बहुत ही क्रिटिकल कंडीशन ਵਿੱਚ ਹੈਗਾ। ਉਹਨੂੰ ਬਹੁਤ ਥੋੜਾ ਖਾਣਾ ਮਿਲਦਾ ਪਿਆ ਹੈ ਨਾ। ਥੋੜਾ ਖਾਣਾ ਮਿਲਦੇ ਕਰਕੇ ਉਹ ਅੰਦਰ ਹੀ ਬੈਠੇ ਰਹਿੰਦੇ ਹੈਗੇ ਔਰ ਨਾ ਹੀ ਬਾਹਰ ਜਾਣ ਦਿੰਦੇ ਔਰ 16 ਘੰਟੇ ਦੂਰ ਬਾਰਡਰ ਤੋਂ ਬੈਠਾ ਹੋਇਆ ਔਰ ਉੱਥੇ ਇੰਨੇ ਬੰਬ ਵੱਜ ਰਹੇ ਉਹ ਕਿਸ ਤਰ੍ਹਾਂ ਵਾਪਸ ਜਾਏਗਾ ਉੱਥੇ ਤੱਕ। ਜੇ ਬਾਹਰ ਨਿਕਲਦਾ ਵੀ ਹੈ ਬਾਈ ਚਾਂਸ ਉਹ ਆਪਣੇ ਆਪ ਜਾਣ ਦੀ ਕੋਸ਼ਿਸ਼ ਕਰਦਾ ਤੇ ਉੱਥੇ ਰੂਸ ਵਾਲੇ ਇੰਨੇ ਬੰਬ ਮਾਰਦੇ ਪਏ ਉਹ ਕਿਸ ਤਰ੍ਹਾਂ ਵਿੱਚੋਂ ਵਾਕ ਕਰਕੇ ਨਿਕਲੇਗਾ ਜਾਂ ਟਰੈਵਲਿੰਗ ਕਰ ਸਕਦਾ। ਉਹ ਕਿਸੇ ਤਰੀਕੇ ਨਾਲ ਨਹੀਂ ਉੱਥੋਂ ਨਿਕਲ ਸਕਦਾ। ਇਸ ਕਰਕੇ ਆਪਣੀ ਗੌਰਮੈਂਟ ਉੱਥੇ ਝੰਡੇ ਲਗਾ ਕੇ ਬੱਸਾਂ ਭੇਜੇ ਜਾਂ ਰਸ਼ੀਆ ਵਾਲੇ ਆਪਣੀਆਂ ਬੱਸਾਂ ਉੱਤੇ ਝੰਡੇ ਲਗਾਵੇ ਇੰਡੀਆ ਦੇ ਤੇ ਉਹ ਬਾਹਰ ਤਾਂ ਨਿਕਲ ਸਕਦੇ। ਜੇ ਤੁਸੀਂ ਕਹੋ ਕਿ ਉਹ ਆਪੇ ਨਿਕਲ ਆਉਣ ਬਾਰਡਰ ਤੇ ਪਹੁੰਚ ਜਾਣ ਇਹ ਚੀਜ਼ਾਂ ਨਹੀਂ ਹੋ ਸਕਦੀਆਂ। ਕਿੰਨਾ ਚਿਰ ਹੋ ਗਿਆ ਇਹ ਸਿਰਫ ਨਾ ਆਪਾਂ ਡਰਾਮਾ ਹੀ ਕਰਦੇ ਪਏ। ਮੈਂ ਝੂਠ ਨਹੀਂ ਬੋਲਦੀ ਪਈ, ਮੈਂ ਸੱਚ ਬੋਲਾਂਗੀ। ਕਿੰਨੇ ਚਿਰ ਪਹਿਲਾਂ ਬੇਟਾ ਤੁਹਾਡਾ ਗਿਆ ਸੀ? ਇਹ ਮੇਰਾ 1 ਮਹੀਨਾ ਪਹਿਲਾਂ ਗਿਆ ਸੀ ਬੇਟਾ। ਸਟੱਡੀ ਬੇਸ ਗਿਆ? ਹਾਂਜੀ ਸਟੱਡੀ ਬੇਸ ਤੇ ਗਿਆ। ਭਾਰਤੀ ਐਮਬੈਸੀ ਨਾਲ ਗੱਲਬਾਤ ਹੋਈ ਤੁਹਾਡੀ ਉੱਥੇ? ਹੋ ਰਹੀ ਹੈ ਪਰ ਉਹ ਕਹਿੰਦੇ ਅਸੀਂ ਕੀ ਕਰ ਸਕਦੇ ਹੈਗੇ ਆ, ਅਸੀਂ ਆਪ ਫਸੇ ਪਏ ਆ, ਅਸੀਂ ਸਾਰੀ ਰਾਤ ਦੇ ਲੱਗੇ ਹੋਏ ਆ। ਫਿਰ ਮੈਂ ਉਹਨਾਂ ਨੂੰ ਵੀ ਕਿਹਾ ਕਿ ਸਾਰੀ ਰਾਤ ਦੇ ਆਪਾਂ ਆਪਣੀ ਜੌਬ ਕਰਕੇ ਲੱਗੇ ਹੋਏ ਬਟ ਆਪਾਂ ਹੁਣ ਇਹ ਚੀਜ਼ ਨਹੀਂ ਕਹਿ ਸਕਦੇ ਆਪਾਂ ਸਾਰਾ ਦਿਨ ਲੱਗੇ ਹੋਏ ਸਾਰੀ ਰਾਤ ਲੱਗੇ ਹੋਏ ਆ। ਸਾਨੂੰ ਆਪਣੇ ਬੱਚੇ ਪਤਾ ਕੀ ਉਹਨੂੰ ਇੰਡੀਆ ਦੇ ਬੱਚੇ ਨਾ ਮੇਰਾ ਬੱਚਾ ਖਵਾਉਂਦਾ ਪਿਆ ਨਾ ਮੇਰਾ ਨਾਂ ਲਿੱਤਾ ਜਾਂਦਾ ਪਿਆ ਨਾ ਤੁਹਾਡਾ ਨਾਂ ਲਿੱਤਾ ਜਾ। ਉੱਥੇ ਕਿਹਾ ਜਾਂਦਾ ਪਿਆ ਇੰਡੀਆ ਦੇ ਬੱਚੇ ਇੰਡੀਆ ਦੇ ਬੱਚੇ ਇੰਡੀਆ ਦੇ ਬੱਚੇ ਮੀਨ ਮੋਦੀ ਦੇ ਬੱਚੇ ਤੇ ਮੋਦੀ ਨੂੰ ਆਪਣੇ ਬੱਚਿਆਂ ਨੂੰ ਕਿਸੇ ਵੀ ਤਰੀਕੇ ਨਾਲ ਕੱਢ ਕੇ ਲਿਆਉਣਾ ਚਾਹੀਦਾ। ਲੱਗਦਾ ਕਿ ਰਾਜਨੀਤੀ ਹੋ ਰਹੀ ਹੈ? ਰਾਜਨੀਤੀ ਇਸ ਬਾਰੇ ਮੈਂ ਨਹੀਂ ਕਹਿ ਸਕਦੀ। ਤਾਂ ਅੱਜ ਤੁਸੀਂ ਐਮਪੀ ਕੋ ਕੋਈ ਗੁਰਜੀਤ ਸਿੰਘ ਔਜਲਾ ਕੋਲ ਕੀ ਭਰੋਸਾ ਦਵਾਇਆ ਕਰਨਾ? ਉਹਨਾਂ ਨੇ ਤੇ ਇਹੋ ਹੀ ਕਿਹਾ ਹੈਗਾ ਕਿ ਅਸੀਂ ਜਾ ਕੇ ਉੱਪਰ ਪ੍ਰੈਸ਼ਰ ਪਾਉਂਦੇ ਹੈਗੇ ਬਾਕੀ ਉਹ ਵੀ ਕਿਸ ਜਾ ਥੋੜਾ ਸਕਦੇ ਆਪ ਇਹ ਇੰਡੀਆ ਦੀ ਗਵਰਨਮੈਂਟ ਕਰਕੇ ਕਰ ਸਕਦੀ ਹੈ ਰਸ਼ੀਆ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ। ਬੱਚੇ ਦਾ ਨਾਂ ਕੀ ਤੁਹਾਡੇ ਦਾ? ਮੇਰਾ ਸક્ષਮ ਸ਼ਰਮਾ। ਕਿੰਨੇ ਬੱਚੇ ਹੋਰ ਤੁਹਾਡੇ ਨਾਲ ਜਿਹੜੇ ਉੱਥੇ ਉਹ 4000 ਬੱਚਾ ਬੈਠਾ ਹੋਇਆ ਉਹਦੇ ਨਾਲ? ਹਾਂਜੀ ਹਾਂਜੀ। ਤੇ ਜੋ ਕਿਹਾ ਜਾ ਰਿਹਾ ਇੰਡੀਆ ਗਵਰਨਮੈਂਟ ਵੱਲੋਂ ਕਿ ਜੋ ਪੋਲੈਂਡ ਤੇ ਰਾਹੀਂ ਜਿਹੜੇ ਬੱਚੇ ਲੈ ਕੇ ਲਿਆਏ ਜਾ ਰਹੇ ਉਹ ਸਭ ਮੈਂ ਤੇ ਜੋ ਵੀਡੀਓਜ਼ ਦੇਖਦੀ ਪਈ ਹਾਂ ਮੈਨੂੰ ਤੇ ਝੂਠ ਦੇ ਬੱਚਿਆਂ ਨੂੰ ਕੁੱਟਦੇ ਪਏ ਆ। ਮੈਨੂੰ ਤੇ ਲੱਗਦਾ ਇੰਡੀਆ ਦੇ ਨਾਲ ਕੋਈ ਦੁਸ਼ਮਣੀ ਹੁੰਦੀ ਪਈ ਉਹਨਾਂ ਦੇ ਬੱਚਿਆਂ ਨੂੰ। ਉਹ ਇੰਡੀਆ ਉਹ ਸਾਰੇ ਬੱਚੇ ਕਹਿੰਦੇ ਪਏ ਕਿ ਬਾਕੀ ਦੇਸ਼ਾਂ ਦੇ ਬੱਚੇ ਚਲੇ ਗਏ ਤੇ ਇੰਡੀਆ ਦੇ ਬੱਚਿਆਂ ਨਾਲ ਕਾਹਦੀ ਦੁਸ਼ਮਣੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਗੱਲਬਾਤ ਹੋਈ ਤੁਹਾਡੀ WhatsApp ਤੇ ਕੋਈ? ਮੇਰੇ ਬੱਚੇ ਨਾਲ ਰੋਜ਼ ਗੱਲ ਹੁੰਦੀ ਹੈਗੀ ਹੈ। ਲੱਗਦਾ ਕੋਈ ਲਾਈਟਿੰਗ ਵਗੈਰਾ ਵੀ ਬੰਦ ਕਹਿੰਦੇ ਕੀਤੀ ਗਈ ਹੈ, ਮੋਬਾਈਲ ਚਾਰਜ ਕਰਨ 'ਚ ਵੀ ਕਾਫੀ ਪ੍ਰੋਬਲਮ ਆ ਰਹੀ ਹੈ। ਹਾਂਜੀ ਹਾਂਜੀ ਉਹ 10 ਮਿੰਟ ਵਾਸਤੇ ਬਾਥਰੂਮ ਕਰਨ ਜਾਂਦੇ ਆ ਤੇ ਆਪਣਾ ਚਾਰਜਿੰਗ ਕਰ ਲੈਂਦੇ ਔਰ ਬਹੁਤ ਥੋੜੀ ਲਿਮਿਟਿਡ ਗੱਲ ਕਰਦੇ ਪਏ ਆ ਕਿ ਸਾਡੀ ਮਦਰ ਫਾਦਰ ਨਾਲ ਗੱਲ ਹੋ ਜਾਵੇ। ਬਾਕੀ ਨਾ ਇਸ ਪਤਾ ਕੀ ਇਹਦੇ ਵਿੱਚ ਕੋਈ ਰਾਏ ਨਹੀਂ ਹੈਗੀ ਕਿ ਉੱਥੇ ਰਸ਼ੀਆ ਵਾਲੇ ਹੀ ਸਾਡਾ ਬੱਚਾ ਕੱਢ ਸਕਦੇ ਆ। ਉੱਥੇ ਉਹ ਉਹਨਾਂ ਨੂੰ ਕਹਿਣ ਕਿ ਉਹਨਾਂ ਦੇ ਝੰਡੇ ਲਗਾ ਦੇਣ ਤੇ ਬੱਚੇ ਸਾਡੇ ਕੱਢ ਕੇ ਜਹਾਜ਼ਾਂ ਵਿੱਚ ਬਿਠਾ ਦੇਣ। ਦੇਖੋ ਉਹਨਾਂ ਦੇ ਆਪਾਂ ਫਾਈਨੈਂਸ਼ੀਅਲ ਉਹਨਾਂ ਦੀ ਮਦਦ ਕੀਤੀ ਹੈ। ਸਾਡੇ ਬੱਚੇ ਉੱਥੇ ਖੇਡਣ ਮੱਲਣ ਤੇ ਗਏ ਨਹੀਂ ਆਪਣੇ ਦੇਸ਼ ਦਾ ਨਾਂ ਕਰਨ ਗਏ ਨਾ ਤੇ ਹੁਣ ਦੇਸ਼ ਦਾ ਨਾਂ ਕਰਨ ਗਏ ਤੇ ਦੇਸ਼ ਨੂੰ ਨਹੀਂ ਚਾਹੀਦਾ ਕਿ ਬੱਚਾ ਵਾਪਸ ਲਿੱਤਾ ਜਾਵੇ। ਸਰਕਾਰ ਕੋਲ ਕੀ ਮੰਗ ਕਰਦੇ ਹੋ? ਮੈਂ ਸਰਕਾਰ ਕੋਲ ਮੰਗ ਕਰਦੀ ਹੈਗੀ ਕਿ ਜੇ ਰਸ਼ੀਆ ਤੁਹਾਡਾ ਇੰਨਾ ਵਧੀਆ ਫਰੈਂਡ ਹੈ ਤੇ ਤੁਹਾਡੇ ਬੱਚੇ ਨਹੀਂ ਕੱਢ ਸਕਦਾ। ਨਹੀਂ ਫਰੈਂਡ ਕਾਹਦਾ ਨਾ ਦਾ ਤੇ ਕੋਈ ਫਰੈਂਡ ਨਹੀਂ ਨਾ ਹੁੰਦਾ। ਫਰੈਂਡ ਦਾ ਮਤਲਬ ਹੁੰਦਾ ਹੈਗਾ ਕਿ ਉਹ ਸਾਡਾ ਬੱਚਾ ਆਪਣੇ 2 ਮਿੰਟ ਬੰਬ ਬੰਦ ਕਰਕੇ ਇੱਕ ਦਿਨ ਲੜਾਈ ਬੰਦ ਕਰਕੇ ਬੱਚੇ ਸਾਡੇ ਕੱਢ ਕੇ ਲਿਆਵੇ। ਫਰੈਂਡਸ਼ਿਪ ਦਾ ਮਤਲਬ ਇਹ ਹੁੰਦਾ। ਫਰੈਂਡਸ਼ਿਪ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਆਪਾਂ ਗੱਲਾਂ ਦੇ ਨਾਲ ਕਹੀ ਜਾਈਏ ਅਸੀਂ ਤੁਹਾਡੇ ਦੋਸਤ ਹਾਂ ਅਸੀਂ ਤੁਹਾਡੇ ਦੋਸਤ ਹਾਂ। ਇਸ ਤਰ੍ਹਾਂ ਥੋੜ੍ਹਾ ਹੁੰਦਾ ਹੈਗਾ। ਜੇ ਰਸ਼ੀਆ ਸਾਡਾ ਦੋਸਤ ਹੈਗਾ ਤੇ ਇੱਕ ਦਿਨ 10 ਘੰਟੇ ਆਪਣੇ ਬੰਬ ਬੰਦ ਕਰਕੇ ਸਾਡੇ ਬੱਚੇ ਭੇਜ ਦੇ। ਦੇਖੋ ਉਹ ਉਹਨਾਂ ਦਾ ਪਰਸਨਲ ਮਾਮਲਾ ਹੈ। ਉਹ ਉਹਨਾਂ ਦੇ ਕੀ ਉਹਨਾਂ ਦੀ ਰਾਜਨੀਤੀ ਆਪਾਂ ਉਹਦੇ ਵਿੱਚ ਪੈਣਾ ਨਹੀਂ। ਸਾਨੂੰ ਸਿਰਫ ਇੱਕ ਮਾਂ ਨੂੰ ਇੱਕ ਬੱਚਾ ਚਾਹੀਦਾ ਹੁੰਦਾ ਨਾ ਉਹਨੂੰ ਜ਼ਮੀਨ ਨਾ ਉਹਨੂੰ ਜਾਇਦਾਦ ਨਾ ਉਹਨੂੰ ਕੁਛ ਨਹੀਂ ਚਾਹੀਦਾ। ਮੈਨੂੰ ਸਿਰਫ ਮੇਰਾ ਬੱਚਾ ਚਾਹੀਦਾ ਉਹ ਕਿਸੇ ਵੀ ਹਾਲਾਤ 'ਚ ਕਿਸੇ ਵੀ ਕੰਡੀਸ਼ਨ 'ਚ ਚਾਹੀਦਾ। ਅੱਜ ਐਮਪੀ ਔਜਲੇ ਨੂੰ ਕੀ ਭਰੋਸਾ ਦਵਾਇਆ? ਉਹਨਾਂ ਨੇ ਤੇ ਇਹੋ ਹੀ ਦਵਾਇਆ ਹੈਗਾ ਕਿ ਅਸੀਂ ਤੁਹਾਡੇ ਬੱਚੇ ਲੈ ਕੇ ਆਵਾਂਗੇ ਵਾਪਸ। ਮੇਰਾ ਨਾਮ ਲਲਿਤ ਸ਼ਿੰਗਾਰੀ ਹੈ ਜੀ। ਮੇਰੀ ਬੇਟੀ ਹੈ ਉੱਥੇ ਖਾਰਕੀਵ ਦੇ ਵਿੱਚ 4th ਈਅਰ ਦਾ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੀ 4th ਈਅਰ ਮੈਡੀਕਲ ਦੀ ਸਟੂਡੈਂਟ ਹੈ। ਉਹ ਅੰਡਰ ਬੇਸਮੈਂਟ ਮਤਲਬ ਬੇਸਮੈਂਟ ਦੇ ਵਿੱਚ ਮੈਟਰੋ ਦੇ ਬੇਸਮੈਂਟ 'ਚ ਉਹ ਸਰਫਨੀਆ ਜਿਹੜਾ ਉਹਨਾਂ ਦਾ ਸਟੇਸ਼ਨ ਹੈ ਉਹਦੇ ਬੇਸਮੈਂਟ ਦੇ ਵਿੱਚ ਪਿਛਲੇ 5 ਦਿਨਾਂ ਤੋਂ ਉਹ ਕਹਿੰਦੀ ਰਹਿ ਰਹੇ ਤੇ ਕੋਈ ਸਾਧਨ ਨਹੀਂ ਗਾ ਕੋਈ ਕੁਛ ਨਹੀਂ ਗਾ। ਉਹਨਾਂ ਕੋਲ ਜੋ ਕੁਛ ਹੈਗਾ ਸੀ ਥੋੜ੍ਹੇ ਬਹੁਤੇ ਸਨੈਕਸ ਹੈਗੇ ਸੀ ਉਹ ਉਹਨਾਂ ਨੇ ਇਸਤੇਮਾਲ ਕਰ ਲਿਆ ਖਾ ਲਏ ਆ। ਪਾਣੀ ਵੀ ਥੋੜ੍ਹਾ ਪੀ ਲੈਂਦੇ ਆ। ਪਾਣੀ ਦੀ ਵੀ ਕਮੀ ਹੈ ਖਾਣ ਪੀਣ ਦੀ ਵੀ ਕਮੀ ਹੈ ਕਿਉਂਕਿ ਕੁਛ ਹੋ ਹੀ ਨਹੀਂ ਸਕਦਾ। ਉਹਨਾਂ ਦੇ ਜਿਹੜੇ ਹੈਗੇ ਆਪਣਾ ਕਹਿੰਦੀ ਮੈਂਟੋਰ ਹੈਗੇ ਆ ਆਪਣਾ ਡਾਕਟਰ ਕਰਨ ਸੰਧੂ ਉਹ ਆਪਣਾ ਸੰਧੂ ਸਾਹਿਬ ਬੜੀ ਉਹਨਾਂ ਨਾਲ ਕਰਦੇ ਪਏ ਕੋਆਪਰੇਸ਼ਨ ਕਰਦੇ ਪਏ ਲੇਕਿਨ ਉਹ ਆਪ ਕਿਸੇ ਬੰਕਰ ਦੇ ਵਿੱਚ ਆ। ਪਹਿਲਾਂ ਤੁਹਾਡੀ ਬੇਟੀ ਗਈ ਸੀ? ਇਹ 4 ਸਾਲ ਹੋ ਗਏ। ਕੀ ਨਾਂ ਕੀ ਇਹਦਾ? ਟੀਨਾ। ਕਿੱਥੇ ਰਹਿੰਦੇ? ਅਸੀਂ ਅੰਮ੍ਰਿਤਸਰ ਦੇ ਵਿੱਚ ਹੈਗੇ। ਉਹ ਗੱਲਬਾਤ ਹੁੰਦੀ ਪਈ ਤੁਹਾਡੀ ਉਹਨਾਂ ਦੇ ਨਾਲ? ਮੇਰੀ ਗੱਲਬਾਤ ਹੁੰਦੀ ਪਈ ਹੈ ਵਿੱਚ ਹੁੰਦੀ ਪਈ ਗੱਲਬਾਤ। ਜਦੋਂ ਉਹਦਾ ਨੈਟ ਉਹ ਚੱਲਦਾ ਵਾ ਲਾਈਟ ਆਉਂਦੀ ਆ ਉਹ ਫਿਰ ਉਹਨੂੰ ਚਾਰਜ ਕਰਕੇ ਮੇਰੇ ਨਾਲ ਗੱਲ ਕਰਦੀ ਹੈ। ਸਰ ਕਿਹਾ ਜਾ ਰਿਹਾ ਕਿ ਜਿੱਥੇ ਉਹਨਾਂ ਨੇ ਰੱਖਿਆ ਗਿਆ ਉੱਥੇ ਕਾਫੀ ਬੱਚੇ ਆ ਤੇ ਜਗ੍ਹਾ ਸਪੇਸ ਘੱਟ ਹੈ। ਸਪੇਸ ਘੱਟ ਹੈ ਕਾਫੀ ਬੱਚੇ ਆ। ਉਹੀ ਮੈਂ ਕਹਿ ਰਿਹਾ ਕਿ ਉਹ ਬੇਸਮੈਂਟ ਵੀ ਹੁਣ ਜਿਹੜੀ ਹੈ ਕਿ ਨਹੀਂ ਉਹ ਗੰਦੀ ਹੁੰਦੀ ਪਈ ਆ। ਉਹਦੇ ਵਿੱਚ ਹੀ ਉਹਨਾਂ ਨੂੰ ਮਤਲਬ ਕਿ ਨਹੀਂ ਮੈਟਰੋ ਦੇ ਵਿੱਚ ਹੀ ਉਹਨਾਂ ਨੂੰ ਮਤਲਬ ਬੇਸਮੈਂਟ ਦੇ ਅੰਦਰ ਮੈਟਰੋ ਹੈ ਮੈਟਰੋ ਜੀ ਉਹਨਾਂ ਨੂੰ ਰੱਖਿਆ ਜਾ ਰਿਹਾ। ਕਦੀ ਮੈਟਰੋ ਖੋਲ੍ਹ ਦਿੰਦੇ ਕਦੀ ਉਹ ਬਾਹਰ ਆ ਜਾਂਦੇ ਆ। ਉਹ ਆਪਣਾ ਕਨੀ ਆਪਣਾ ਫਲੋਰ 'ਤੇ ਕਦੀ ਉਹ ਅੰਦਰ ਕਨੀ ਚੱਲ ਜਾਂਦੇ ਆ। ਤੇ
ਉਹ ਮਤਲਬ ਕਿ ਨਹੀਂ, ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਅਸੀਂ MP ਸਾਹਿਬ ਨੂੰ ਮਿਲਣ ਆਏ ਹਾਂ ਅੱਜ, ਤੇ MP ਸਾਹਿਬ ਸਾਡੇ ਜਿਹੜੇ ਔਜਲਾ ਸਾਹਿਬ ਇਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕੋਈ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਕਹਿਣ ਕਿ ਜੇ ਸਾਡੇ ਰਸ਼ੀਆ ਦੇ ਨਾਲ ਅੱਛੇ ਸੰਬੰਧ ਹੈਗੇ ਆ, ਜਦੋਂ ਅਸੀਂ ਕਹਿੰਦੇ ਹਾਂ ਕਿ ਰਸ਼ੀਆ ਸਾਡੀ ਗੱਲ ਸੁਣਦਾ, ਸਾਡਾ ਬੜਾ ਅੱਛਾ ਪੁਰਾਣਾ ਦੋਸਤ ਹੈ, ਸਾਡੇ ਸੰਬੰਧ ਹੈ, ਸਾਡੇ ਰਿਲੇਸ਼ਨ ਦਾ ਕੀ ਫਾਇਦਾ ਜੇ ਉਹ ਉਹਨਾਂ ਦੀ ਅੰਬੈਸੀ ਨੂੰ ਤੇ ਯੂਕਰੇਨ ਦੀ ਅੰਬੈਸੀ ਨੂੰ, ਦੋਵਾਂ ਅੰਬੈਸੀਆਂ ਨੂੰ ਆਪਣਾ ਕਿ ਨਹੀਂ ਆਪਣਾ ਮੈਸੇਜ ਨਾਲ ਜਾਂ ਉਹਨਾਂ ਨੂੰ ਜਿਸ ਤਰ੍ਹਾਂ ਵੀ ਉਹਨਾਂ ਨੇ ਕਨਵੇ ਕਰਨਾ ਉਹਨਾਂ ਨੂੰ ਕਹਿਣ ਕਿ ਬਈ ਤੁਸੀਂ ਦੋਵੇਂ ਜਾਂ ਸੀਜ਼ ਫਾਇਰ ਕਰ ਦਿਓ, ਅਸੀਂ ਆਪਣੇ ਬੱਚੇ 에ਅਰਲਿਫਟ ਕਰ ਲਈਏ, ਜਾਂ ਰਸ਼ੀਆ ਉਹ ਮਤਲਬ ਸਾਡੇ ਕਿ ਨਹੀਂ ਬੱਚੇ ਉੱਥੋਂ ਬਾਹਰ ਕਢਾ ਦੇਵੇ ਆਪਣੇ ਫਲੈਗ ਲਗਾ ਕੇ। ਅਸੀਂ ਕਹਿੰਦੇ ਹਾਂ ਕਿ ਸਾਡੇ ਫਲੈਗ ਲੱਗ ਜਾਣ ਤੇ ਅਸੀਂ ਸੇਫ ਹੈਗੇ ਹਾਂ, ਤੇ ਸਾਡੇ ਬੱਚਿਆਂ ਦਾ ਬਸ ਸੋਚੋ। ਕੀ ਅਪੀਲ ਕਰਨਾ ਚਾਹੁੰਦੇ? ਮੈਂ ਅਪੀਲ ਇਹੋ ਕਰਨਾ ਨਹੀਂ ਚਾਹੁੰਦਾ ਕਿ ਬਈ ਸਾਡੀਆਂ ਸਰਕਾਰਾਂ ਜਿਹੜੀਆਂ ਨਾ ਉਹ ਇਸ ਖਾਰਗੀ ਵੱਲ ਕਿਸੇ ਦਾ ਧਿਆਨ ਨਹੀਂ ਗਾ, ਉਹ ਜਿਹੜੇ ਬਾਰਡਰ ਤੇ ਹੈਗੇ ਵੈਸਟਰਨ ਬਾਰਡਰ ਤੇ ਬੱਚੇ ਆ ਉਹਨਾਂ ਦਾ ਉਹ ਧਿਆਨ ਹੈਗਾ, ਉਹਨਾਂ ਨੂੰ ਉਹ ਲਿਆ ਰਹੇ ਆ ਜਿਹੜੇ ਆਲਰੇਡੀ ਬਾਰਡਰ ਤੇ ਆ, ਤੇ ਜਿਹੜੇ ਅੰਦਰ ਹੈਗੇ ਸਿਟੀ ਦੇ ਵਿੱਚ ਖਾਰਗੀਵ ਕੀਵ ਇਹਨਾਂ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ, ਬੱਚਾ ਇੱਥੋਂ ਨਹੀਂ ਆ ਰਿਹਾ ਬਸ। ਹਾਂਜੀ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਪਰਿਵਾਰ ਨੂੰ ਤੁਸੀਂ? ਅੱਜ ਅਸੀਂ ਜਿਹੜੇ ਯੂਕਰੇਨ ਦੇ ਵਿੱਚ ਸਾਡੇ ਵਿਦਿਆਰਥੀ ਫਸੇ ਨੇ ਜਾਂ ਜਿਹੜੇ ਦੂਸਰੇ ਵੀ ਲੋਕ ਫਸੇ ਨੇ, ਖਾਸ ਕਰ ਵਿਦਿਆਰਥੀ ਨੇ ਜ਼ਿਆਦਾ ਪੰਜਾਬ ਦੇ ਔਰ ਅੰਮ੍ਰਿਤਸਰ ਦੇ, ਅੱਜ ਅੰਮ੍ਰਿਤਸਰ ਦੇ ਜਿੰਨੇ ਪਰਿਵਾਰ ਮੇਰੇ ਕੋਲ ਜਿਹੜੇ ਲਿਸਟਡ ਸੀ ਉਹਨਾਂ ਸਾਰਿਆਂ ਨੂੰ ਅੱਜ ਬੁਲਾ ਕੇ ਉਹਨਾਂ ਦੇ ਮਾਂ-ਬਾਪ ਨੂੰ ਮਿਲਿਆ ਔਰ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਔਰ ਉੱਥੇ ਬਹਿ ਕੇ ਉਹਨਾਂ ਤੋਂ ਵੀ ਵਿਚਾਰ ਲਿਆ ਕਿ ਤੁਸੀਂ ਕੀ ਚਾਹੁੰਦੇ ਅਸੀਂ ਜਿਹੜੀ ਹੈਲਪ ਕਰ ਸਕੀਏ। ਮੁਸ਼ਕਿਲ ਹੁਣ ਇਸ ਗੱਲ ਦੀ ਹੈ ਕਿ ਜਿਵੇਂ ਖਾਰਗੀਵ ਜਿਹੜਾ ਏਰੀਆ ਯੂਕਰੇਨ ਦਾ, ਉਹ ਜਿੱਥੇ ਬਾਰਡਰ ਪੋਲੈਂਡ ਦਾ ਖੁੱਲ੍ਹਾ ਹੈ ਜਾਂ ਰੋਮਾਨੀਆ ਦਾ, ਉੱਥੋਂ ਤੱਕ ਆਉਣਾ ਬੜਾ ਮੁਸ਼ਕਿਲ ਹੈ, ਜਾਂ 1500 ਕਿਲੋਮੀਟਰ ਦੇ ਕਰੀਬ ਪੈ ਜਾਂਦਾ, 1400-1500। ਉਹਨਾਂ ਨੂੰ ਰਸ਼ੀਆ ਲਾਗੇ ਪੈਂਦਾ, ਬੈਲਾਰੂਸ ਲਾਗੇ ਪੈਂਦਾ। ਹੁਣ ਇਹਨਾਂ ਦੀ ਮਸਲਾ ਇਹ ਸੀ ਕਿ ਤੁਸੀਂ ਜਿਹੜੀ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਕਹੋ ਜੀ ਬੈਲਾਰੂਸ ਜਾਂ ਰਸ਼ੀਆ ਰਾਹੀਂ ਬੱਚਿਆਂ ਨੂੰ ਕੱਢਿਆ ਜਾਵੇ, 50-60 ਕਿਲੋਮੀਟਰ ਹੈ। ਕੁਛ ਏਰੀਆ ਜਿਹੜਾ ਕੀਵ ਦਾ ਉਹ ਉਧਰ ਸੀ ਲੱਗ ਜਾਂਦਾ ਲਾਗੇ, ਉਹਦੇ ਸੀ ਦੇ ਰਸਤੇ ਵੀ ਜਿਹੜੇ ਸਾਡੇ ਰੈੱਡ ਸੀ ਜਿਹੜੇ ਸਾਡੇ ਵੱਡੇ ਜਹਾਜ਼ ਖਲੋਤੇ ਨੇ ਉਹਨਾਂ ਰਾਹੀਂ ਵੀ ਬੱਚੇ ਕੱਢੇ ਜਾ ਸਕਦੇ ਆ। ਸੋ ਮੇਰਾ ਮਕਸਦ ਹੈ ਕਿ ਜਿਹੜੀ ਸਰਕਾਰ ਹੈ ਉਹ ਗੈਰ ਜ਼ਿੰਮੇਵਾਰਾਨਾ ਜਿਹੜਾ ਰੋਲ ਅਦਾ ਕਰ ਰਹੀ ਹੈ, ਜੋ ਇਹਨਾਂ ਦੀ ਫੀਲਿੰਗ ਤੋਂ ਮਿਲਿਆ, ਕਿਉਂਕਿ ਜਿਹੜੇ ਐਮਬੈਸੀ ਦੇ ਵਿੱਚ ਆਰਡਰ ਕੋਈ ਦਿੰਦੇ ਨੇ, ਰਾਤ ਨੂੰ ਇਹਨਾਂ ਕਹਿਤਾ ਜਿਵੇਂ ਕਿ ਤੁਸੀਂ ਚਲੇ ਜਾਓ ਸਟੇਸ਼ਨ ਵੱਲ ਨੂੰ ਚਲੇ ਜਾਓ ਜਾਂ ਨਿਕਲ ਜਾਓ, ਹੁਣ ਸਵੇਰੇ ਆਰਡਰ ਕਹਿ ਰਹੇ ਨਹੀਂ ਨਿਕਲੋ, ਜਦੋਂ ਇਹਨਾਂ ਨੂੰ ਪਤਾ ਕਿ ਉੱਥੇ ਸ਼ੈਲਿੰਗ ਹੋ ਰਹੀ ਹੈ, ਬੰਬਾਰਡਮੈਂਟ ਹੋ ਰਹੀ ਹੈ, ਜਿੰਨਾ ਚਿਰ ਤੁਹਾਡੀ ਕਿਸੇ ਸਰਕਾਰ ਨਾਲ ਗੱਲ ਨਹੀਂ ਮੁੱਕਦੀ ਤੁਸੀਂ ਆਪਣੀ ਐਮਬੈਸੀਆਂ ਤੋਂ ਕਿਵੇਂ ਇਹ ਆਰਡਰ ਦੇ ਪਾਸ ਕਰ ਸਕਦੇ। ਸੋ ਜਿਹੜੇ ਇਹਨਾਂ ਦੀ ਐਡਵਾਈਜ਼ਰੀਆਂ ਵੀ ਨਿਕਲਦੀਆਂ ਨੇ ਉਹ ਗਰਾਊਂਡ ਹਕੀਕਤ ਤੋਂ ਬਹੁਤ ਦੂਰ ਨੇ। ਐਡਵਾਈਜ਼ਰੀਆਂ ਕੱਢ ਦਿੰਦੇ ਆ ਕਿ ਤੁਸੀਂ ਪਹਿਲਾਂ ਗੂਗਲ ਤੇ ਆਪਣਾ ਰਜਿਸਟਰਡ ਹੋ ਜੀ, ਫਿਰ ਤੁਸੀਂ ਬਾਰਡਰਾਂ ਨੂੰ ਚੱਲੋ ਜੀ। ਹੁਣ ਉੱਥੇ ਨਾ ਕਿਤੇ ਇੰਟਰਨੈਟ ਆ, ਲਾਈਟ ਹੈ ਨਹੀਂ ਕਿ ਬੱਚੇ ਕਿਸ ਹਾਲਾਤ 'ਚ ਨੇ। ਤੁਹਾਡੇ ਕੋਲ ਜਦੋਂ ਇੰਡੀਅਨ ਪਾਸਪੋਰਟ ਹੈ ਤੁਸੀਂ ਆਪਣੇ ਬਾਰਡਰਾਂ ਦੇ ਉੱਤੇ ਖੜੇ ਕਰੋ ਆਪਣੇ ਐਮਬੈਸੀਆਂ ਦੇ ਬੰਦੇ, ਜਿਹਦੇ ਕੋਲ ਇੰਡੀਅਨ ਪਾਸਪੋਰਟ ਹੈ ਤੁਸੀਂ ਰੈਕੋਗਨਾਈਜ਼ ਕਰੋ, ਉਹਨੂੰ ਚੈੱਕ ਕਰ ਲਓ ਇੱਕ ਸਾਈਡ ਤੇ ਬਿਠਾ ਕੇ, ਉਹਨਾਂ ਨੂੰ ਅੰਦਰ ਕਰੀ ਜਾਓ। ਹੁਣ ਪੋਲੈਂਡ ਦੇ ਬਾਰਡਰ ਦੇ ਉੱਤੇ ਜਿਹੜੇ ਆ ਉਹ ਮੁਸ਼ਕਲਾਂ ਆਈਆਂ ਨੇ ਕਿਉਂਕਿ ਉਹਨਾਂ ਨੇ ਕੋਈ ਗੂਗਲ ਰਾਹੀਂ ਨਹੀਂ ਡਾਊਨਲੋਡ ਫਾਰਮ ਹੋ ਸਕੇ, ਨਹੀਂ ਰਜਿਸਟਰਡ ਹੋ ਸਕੇ, ਉਹਨਾਂ ਨੂੰ ਰਿਸੀਵ ਨਹੀਂ ਕਰ ਰਹੇ। ਇੱਥੇ ਬਹਿ ਕੇ ਐਡਵਾਈਜ਼ਰੀਆਂ ਜਾਰੀ ਕਰ ਦਿੰਦੇ। ਦੂਜਾ ਐਮਬੈਸੀਆਂ ਜਿਹੜੀਆਂ ਨੇ ਉਹ ਰਾਸ਼ਨ ਪਾਣੀ ਵੀ ਨਹੀਂ ਪਹੁੰਚਾ ਰਹੀਆਂ, ਰਸਦ ਮੁੱਕੀ ਜਾ ਰਹੀ ਬੱਚਿਆਂ ਦੇ ਕੋਲ। ਬੱਚਿਆਂ ਦੇ ਪੇਰੈਂਟਸ ਜਿਹੜੇ ਉਹ ਬਹੁਤ ਮਤਲਬ ਘਬਰਾਏ ਹੋਏ ਆ। ਅਸੀਂ ਉਹਨਾਂ ਸਾਰਿਆਂ ਨੇ ਇਹੀ ਰਿਕੁਐਸਟ ਕਰ ਰਹੇ ਕਿ ਤੁਸੀਂ ਘਬਰਾਓ ਨਾ, ਅਸੀਂ ਆਪਣੇ ਵੱਲੋਂ ਪੂਰੇ ਐਫਰਟ ਕਰ ਰਹੇ ਹਾਂ। ਔਰ ਆ ਇੱਕ ਦੇ ਦਿਨ ਦੇ ਵਿੱਚ ਅਸੀਂ ਜਿਹੜਾ ਦਿੱਲੀ ਜਾ ਕੇ ਪੂਰਾ ਇਹਨਾਂ ਦੇ ਨਾਲ ਕੱਲ੍ਹ ਪਹੁੰਚ ਜਾਣਾ ਹੈ ਔਰ ਸਰਕਾਰ ਦੇ ਵਿਰੁੱਧ ਅਸੀਂ ਇਹ ਐਜੀਟੇਸ਼ਨ ਕਰਨਾ ਵੀ ਐਜੀਟੇਸ਼ਨ ਵੀ ਕਰਾਂਗੇ। ਅਸੀਂ ਬੱਚੇ ਆਪਣੇ ਨੂੰ ਇੱਦਾਂ ਨਹੀਂ ਰਹਿਣ ਦੇਣਾ। ਉੱਥੇ ਹੁਣ ਜਿਵੇਂ ਕਿੰਨੇ ਬੱਚੇ ਹਨ ਉੱਥੇ ਜੀ? ਉੱਥੇ ਜਿਵੇਂ ਹੁਣ ਖਾਰਗੀਵ 'ਚ ਕਹਿ ਰਹੇ ਕੋਈ 4000 ਕਹਿ ਰਿਹਾ, ਕੋਈ 4500 ਕਹਿ ਰਿਹਾ, ਉਹ ਤੇ ਅਲੱਗ-ਅਲੱਗ ਨੇ ਬੱਚਿਆਂ ਦੇ ਜਿੱਥੇ ਜਿੱਥੇ ਤੱਕ ਕਿਸੇ ਦੀ ਮਤਲਬ ਗੱਲਬਾਤ ਹੋਈ ਆ। ਪਰ ਅਸੀਂ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਇਹ ਬੱਚੇ ਨੇ ਉੱਥੋਂ ਸਰਕਾਰ ਕੱਢਣ ਦਾ ਕੋਈ ਨਾ ਕੋਈ ਤਰੀਕੇ ਦੇ ਨਾਲ, ਚਾਹੇ ਰਸ਼ੀਆ ਦੇ ਨਾਲ ਗੱਲ ਕਰੇ ਕਿ ਤੁਸੀਂ ਸਾਡੇ ਬੱਚੇ ਤਾਂ ਚਲੋ ਬਾਹਰ ਆਉਣ ਲੈਣ ਦਿਓ, ਇਹ ਸਰਕਾਰ ਕਰ ਸਕਦੀ ਹੈ। ਹੁਣ ਮੋਦੀ ਸਾਹਿਬ ਸਾਰੇ ਹੁਣ ਲੋਕੀ ਉਹਨਾਂ ਨੂੰ ਫੋਲੋ ਕਰ ਰਹੇ ਆਂਦੇ ਜੀ, ਉਹ ਤਾਂ ਕਦੀ ਕਿਤੇ ਜਾ ਕੇ ਮਤਲਬ ਗੱਲ ਕਰ ਰਹੇ। ਮਨ ਕੀ ਬਾਤ ਦੇ ਵਿੱਚ ਉਹਨਾਂ ਇੱਕ ਵਾਰੀ ਵੀ ਨਹੀਂ ਇਹ ਜ਼ਿਕਰ ਕੀਤਾ ਕਿ ਬੱਚੇ ਸਾਡੇ ਫਸੇ ਨੇ, 20000 ਬੱਚਾ ਹਿੰਦੁਸਤਾਨ ਦਾ ਫਸਿਆ ਹੋਵੇ, ਤੁਹਾਡੇ ਮਨ 'ਤੇ ਕੋਈ ਦਰਦ ਹੀ ਨਾ ਹੋਵੇ ਇਸ ਗੱਲ ਦਾ। ਸੋ ਅਸੀਂ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ 3 ਦਿਨ ਦੇ ਤੋਂ ਸਾਡੇ ਮਤਲਬ ਜਿਹੜੇ ਸਾਡੀਆਂ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਜਿਹੜੇ ਈਮੇਲ ਨੇ ਉਹਨਾਂ ਦਾ ਤੁਸੀਂ ਰਿਪਲਾਈ ਨਹੀਂ ਦੇ ਰਹੇ, ਉਹ ਆਟੋ ਰਿਪਲਾਈ 'ਤੇ ਲਾਇਆ ਹੈ। ਜਦੋਂ ਤੁਸੀਂ ਸਾਨੂੰ ਰਿਪਲਾਈ ਨਹੀਂ ਦਿਓਗੇ ਅਸੀਂ ਲੋਕਾਂ ਨੂੰ ਕੀ ਦੱਸਾਂਗੇ? ਔਜਲਾ ਸਾਹਿਬ ਜਿਹੜੀ ਵੀਡੀਓ ਉੱਥੋਂ ਵਾਇਰਲ ਹੋ ਰਹੀ ਹੈ, ਲੱਗਦਾ ਕਿ ਖਤਰਾ ਵੱਧ ਰਿਹਾ? ਖਤਰਾ ਵੱਧ ਰਿਹਾ ਜੀ। ਉਹਨੇ ਤੇ ਹੁਣ ਰਸ਼ੀਆ ਨੇ ਕਹਿ ਦਿੱਤਾ ਕਿ ਅਸੀਂ ਜਿਹੜੇ ਨਿਊਕਲੀਅਰ ਨੇ, ਅਸੀਂ ਜਿਹੜੇ ਸਾਡੇ ਵੈਪਨ ਅਸੀਂ ਐਕਟਿਵ ਕਰ ਲਏ ਨੇ। ਹੁਣ ਉਹਦੇ ਨਾਲ ਬੱਚੇ ਹੋਰ ਪਰੇਸ਼ਾਨ ਨੇ। ਇਹ ਕਹਿੰਦੇ ਨਿਊਕਲੀਅਰ ਬਾਹਰ ਲੱਗ ਗਈ ਤੇ ਬੱਚੇ ਨਿਕਲ ਨਾ ਪਾਏ ਤੇ ਕਿੱਥੇ ਜਾਣਗੇ? ਖਾਣ ਪੀਣ ਦੀ ਕਾਫੀ ਪ੍ਰੋਬਲਮ ਆ ਰਹੀ ਸਰ। ਸ਼ਾਮ ਨੂੰ ਅਜਿਹਾ ਵੀ ਹੈਗਾ। ਅਸੀਂ ਦੇਖੋ ਅਰਦਾਸ ਵੀ ਕਰਦੇ ਹਾਂ, ਉਹਨਾਂ ਅੱਗੇ ਬੇਨਤੀ ਵੀ ਕਰਦੇ ਹਾਂ, ਰਸ਼ੀਅਨ ਗਵਰਨਮੈਂਟ ਅੱਗੇ ਵੀ ਔਰ ਯੂਕਰੇਨ ਗਵਰਨਮੈਂਟ ਅੱਗੇ ਵੀ, ਤੁਹਾਡੀਆਂ ਲੜਾਈਆਂ ਹੋ ਸਕਦੀਆਂ ਪਰ ਸਾਡੇ ਬੱਚੇ ਜਿਹੜੇ ਤੁਹਾਡੀ ਇਕਨੋਮੀ ਚਲਾਉਂਦੇ ਯੂਕਰੇਨ ਦੀ, ਜਿਨ੍ਹਾਂ ਨੇ ਮਤਲਬ 20000 ਤੇ ਸਾਡਾ ਹੀ ਇਕੱਲਾ, ਬਾਕੀ ਕੰਟਰੀਆਂ ਦੇ ਵੀ ਹੋਣਗੇ। ਤੁਸੀਂ ਘੱਟੋ ਘੱਟ ਇਹਨਾਂ ਬਾਰੇ ਤੇ ਸੋਚੋ। ਤੁਸੀਂ ਆਪਣੀ ਜਿੱਤ ਆਪਣੀ ਪੱਗ ਦੀ ਲੜਾਈ ਬਾਅਦ ਚ ਲੜਦੇ ਰਹੋ। ਸਾਡੇ ਜਿਹੜੇ ਬੱਚੇ ਲੱਖਾਂ ਜਿਨ੍ਹਾਂ ਦੇ ਤੁਹਾਡਾ ਰੈਵਨਿਊ ਚੱਲ ਰਿਹਾ ਸਾਰੀ ਕੰਟਰੀ ਦਾ, ਉਹ ਉਹਨਾਂ ਬਾਰੇ ਤੇ ਸੋਚੋ। ਔਜਲਾ ਸਾਹਿਬ ਪੇਰੈਂਟਸ ਨੇ ਇੱਕ ਇਹੀ ਜਤਾਇਆ ਵਾ ਕਿ ਉੱਥੇ ਕਿਹਾ ਜਾ ਰਿਹਾ ਕਿ ਸਟੂਡੈਂਟ ਜਿਹੜੇ ਹੈਗੇ, ਬੱਚੇ ਜਿਹੜੇ ਹੈਗੇ ਨੇ ਉਹ 50-52 ਜਿੱਥੇ ਵੀ ਹੈਗਾ ਉੱਥੇ ਆ ਜਾਣ, ਕਿ ਸਰਕਾਰ ਉੱਥੋਂ ਤੱਕ ਅਪਰੋਚ ਨਹੀਂ ਕਰ ਸਕਦੀ। ਕਿੱਥੇ ਆ ਜਾਣ?
ਕਿ ਜਿਹੜੇ ਬਾਰਡਰ ਦੇ ਲਾਗੇ ਆ ਜਾ ਬੇਟਾ ਨਹੀਂ ਵੇਖੋ ਜੇ ਉੱਥੇ ਜਦੋਂ ਬੰਬਾਰਡਮੈਂਟ ਹੋ ਰਹੀ ਕੋਈ ਵੀ ਨਹੀਂ ਅਪਰੋਚ ਕਰ ਸਕਦਾ। ਉਹਨਾਂ ਨੇ ਤਾਂ ਕਹਿਤਾ ਵੀ ਨਾ ਯੂਕਰੇਨ 'ਚ ਕੋਈ ਆਵੇ ਨਾ ਜਾਵੇ, ਐਮਰਜੈਂਸੀ ਲੱਗੀ ਆ, ਕਰਫਿਊ ਲੱਗੇ ਨੇ, ਤੁਸੀਂ ਕਿਵੇਂ ਮੂਵ ਕਰੋਗੇ? ਕੀ ਪਤਾ ਕੋਈ ਰਸ਼ੀਆ ਵਾਲਾ ਕੋਈ ਨੁਕਸਾਨ ਕਰਦੇ ਜਾਂ ਕੋਈ ਯੂਕਰੇਨ ਵਾਲੇ ਕਰਦੇ। ਫਿਰ ਸਾਹਮਣੇ ਆ ਰਿਹਾ ਕਿ ਉੱਥੇ ਜਿਹੜੇ ਇੰਡੀਅਨ ਫਸੇ ਆ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਵੀ ਤੁਸੀਂ ਵੀ ਹਥਿਆਰ ਚੁੱਕੋ ਤੇ ਲੜਾਈ ਕਰੋ ਯੂਕਰੇਨ ਦੀ ਫੇਵਰ 'ਚ ਤੇ ਰਸ਼ੀਆ ਦੇ ਅਗੇਂਸਟ। ਦੇਖੋ ਮੈਂ ਜਿੰਨੀ ਕਜੇ ਸਾਰਿਆਂ ਪੇਰੈਂਟਸ ਨਾਲ ਗੱਲ ਕੀਤੀ, ਮੇਰੇ ਧਿਆਨ 'ਚ ਇਹ ਗੱਲ ਨਹੀਂ ਆਈ, ਪਰ ਜੇ ਆ ਰਹੀ ਹੈ ਇਹ ਗੱਲ ਨਹੀਂ ਕਰਨੀ ਚਾਹੀਦੀ। ਹੁਣ ਜਿਹੜੇ ਬੱਚੇ ਪੜ੍ਹਨਗੇ ਡਾਕਟਰ ਉਹ ਕੀ ਲੜਾਈ ਲੜਨਗੇ? ਉਹ ਤੇ ਗੋਲੀ ਦੇ ਕੇ ਸਿੱਧਾ ਉਹਨਾਂ ਦੇ ਖਿਲਾਰ ਦੇਣਾ ਵੀ ਇਹਨਾਂ ਨੂੰ ਮਾਰ ਲਓ। ਕੁਝ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਵੀ ਯੂਕਰੇਨ ਦੇ ਸੈਨਿਕਾਂ ਵੱਲੋਂ ਉਹਨਾਂ ਨੂੰ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ। ਮਾਰਿਆ ਉਹ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ, ਯੂਕਰੇਨ ਨੇ ਹੁਣ ਕੀ ਕੀਤਾ, ਜਿੱਦਾਂ ਪੋਲੈਂਡ ਨੂੰ ਬੱਚੇ ਵੱਧ ਰਹੇ ਸੀ, ਉਹਨਾਂ ਨੇ ਹੁਣ ਸਾਡੇ ਤੇ ਦਬਾਅ ਬਣਾਉਣ ਲਈ, ਕਿਉਂਕਿ ਇੰਡੀਆ ਨੇ ਨਿਊਟਰਲ ਰਿਹਾ, ਇੰਡੀਆ ਨੇ ਉਹਦੇ ਹੱਕ 'ਚ ਵੋਟ ਨਹੀਂ ਕੀਤੀ, ਨਾ ਉਹਨਾਂ ਦੇ ਹੱਕ 'ਚ ਕੀਤੀ ਹੈ। ਉਹਨਾਂ ਹੁਣ ਸਾਡੇ ਬੱਚੇ ਯੂਕਰੇਨ ਫੋਰਸ ਨੇ ਰੋਕਣੇ ਸ਼ੁਰੂ ਕਰ ਦਿੱਤੇ ਕਿ ਪੋਲੈਂਡ ਨਾ ਪਹੁੰਚਣ, ਰਸਤੇ 'ਚ ਉਹਨਾਂ ਰੋਕਤੇ ਵੀ ਤੁਹਾਨੂੰ ਅਸੀਂ ਨਹੀਂ ਜਾਣ ਦੇਣਾ ਇੰਡੀਅਨਸ ਨੂੰ। ਉਹ ਹੁਣ ਲੜਾਈ ਦੋਵਾਂ ਮੁਲਕਾਂ ਦੀ ਹੈ, ਪਰ ਪਿਸ ਵਿੱਚ ਮਾਪੇ ਰਹੇ ਨੇ ਸਾਡੇ, ਜਿਨ੍ਹਾਂ ਨੇ ਕਰੋੜ ਰੁਪਈਆ ਇੱਕ MBBS ਬਣਾਉਣਾ ਤੇ ਡਾਕਟਰ ਬਣਾਉਣਾ ਤੇ ਬੱਚੇ ਦਾ ਲੱਗਦਾ। ਇੰਡੀਆ ਦੀ ਡਿਪਲੋਮੈਸੀ ਇੱਥੇ ਕਿਤੇ ਨਾ ਕਿਤੇ ਫੇਲ ਹੋਈ ਹੈ। ਬਿਲਕੁਲ 100% ਫੇਲ ਹੋਈ ਹੈ। ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਮੈਂਬਰ ਪਾਰਲੀਮੈਂਟ ਇਹਨਾਂ ਨੂੰ 4 ਦਿਨ ਦਾ ਕੋਈ ਰਿਪਲਾਈ ਨਹੀਂ ਦੇ ਰਿਹਾ, ਆਊਟੋ ਰਿਪਲਾਈ ਤੇ ਲੱਗੇ। ਜੇ ਮੇਲ ਦਾ ਤੁਸੀਂ ਰਿਪਲਾਈ ਨਹੀਂ ਦੋਗੇ, ਜੋ ਕੰਪਲੇਂਟ ਆਉਂਦੀ ਆ ਅਸੀਂ ਮੇਲ ਕਰ ਰਹੇ ਹਾਂ ਅਗਲੇ ਬੰਨੇ, ਹੁਣ ਮੇਲ ਦਾ ਰਿਪਲਾਈ ਦੇ ਦਿਓ। ਹੁਣ ਪਹਿਲਾਂ ਰਿਪਲਾਈ ਆਇਆ 2 ਦਿਨ ਬਾਅਦ 'ਚ ਹੁਣ ਆਊਟੋ ਰਿਪਲਾਈ ਤੇ ਲਾਤੀਆਂ ਨੇ, ਨਾ PMO ਤੋਂ ਨਾ ਜਿਹੜਾ ਯੂਕਰੇਨ ਦਾ ਵਾਰ ਰੂਮ ਬਣਾਇਆ MEA 'ਚੋਂ, ਨਾ ਉਹਦੇ ਵੱਲੋਂ ਕੋਈ ਰਿਪਲਾਈ ਆ ਰਹੀ ਹੈ। ਜਿਹੜਾ ਅੰਮ੍ਰਿਤਸਰ 'ਚ ਕੰਟਰੋਲ ਰੂਮ ਬਣਾਇਆ ਗਿਆ ਉੱਥੇ ਕਿੰਨੇ ਬੱਚੇ ਦੱਸੇ ਜਾ ਰਹੇ ਅੰਮ੍ਰਿਤਸਰ ਦੇ? ਜਿਹੜਾ ਦੇਖੋ ਜਿਹੜਾ ਮੇਰੇ ਆਫਿਸ ਤੋਂ ਆ, ਮੈਂ ਕਰੀਬ 100 ਤੋਂ ਵੱਧ ਬੱਚਿਆਂ ਦੀ ਅਸੀਂ ਡਿਟੇਲ ਜਿਹੜੀ ਮੇਰੇ ਕੋਲ ਆਈ ਆ, ਅਸੀਂ ਵਿਦ ਉਹਨਾਂ ਦਾ ਪਾਸਪੋਰਟ ਕਾਪੀ ਪਲੱਸ ਉਹਨਾਂ ਦਾ ਉੱਥੋਂ ਦਾ ਐਡਰੈਸ, ਉੱਥੋਂ ਦੇ ਫੋਨ ਨੰਬਰ ਪਲੱਸ ਉਹਦੇ ਘਰਦਿਆਂ ਦਾ ਇੱਥੋਂ ਦਾ ਐਡਰੈਸ, ਇੱਥੋਂ ਦੇ ਫੋਨ ਨੰਬਰ ਕਰਕੇ ਅਸੀਂ MEA ਨੂੰ ਭੇਜ ਰਹੇ ਹਾਂ। MEA ਨੇ 2 ਦਿਨ ਸਾਡੇ ਕੋਲ ਸਾਰਾ ਕੁਝ ਬਹੁਤ ਮੰਗਿਆ ਵੀ ਤੁਹਾਡਾ ਵਾਕਿਆ ਹੀ ਜਿਹੜਾ ਡਾਟਾ ਜਿਸ ਤਰੀਕੇ ਨਾਲ ਤੁਸੀਂ ਭੇਜ ਰਹੇ ਸਾਡੇ ਲਈ ਬੜਾ ਲਾਹੇਵੰਦ ਹੈ, ਪਰ ਹੁਣ MEA ਦਾ ਜਵਾਬ ਦੇਣਾ ਵੀ ਬੰਦ ਹੋ ਗਿਆ। ਹੁਣ ਜਿਵੇਂ ਉੱਥੇ ਫੂਡ ਮੁੱਕ ਰਿਹਾ, ਐਮਬੈਸੀ ਦੇ ਵਿੱਚ ਰਾਸ਼ਨ ਦਾ ਕੋਈ ਪ੍ਰਬੰਧ ਨਹੀਂ ਹੈਗਾ। ਇਹਨਾਂ ਕੋਲ ਇੰਨੀਆਂ ਐਮਬੈਸੀਆਂ ਨੇ ਲਾਗੇ, ਤੁਸੀਂ ਕੋਈ ਨਾ ਕੋਈ ਤਰੀਕਾ ਡਿਪਲੋਮੈਟ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚ ਕਰੋ, ਪਰ ਉੱਥੇ ਬਿਲਕੁਲ ਕੋਈ ਫੂਡ ਦਾ ਪ੍ਰਬੰਧ ਨਹੀਂ ਹੋ ਰਿਹਾ। ਐਮਬੈਸੀਆਂ ਨੇ ਹੱਥ ਖੜੇ ਕਰ ਦਿੱਤੇ ਆ। ਬੱਚੇ ਜਿਹੜੇ ਉੱਥੇ ਆ, ਕਈਆਂ ਕੋਲ ਰਾਸ਼ਨ ਮੁੱਕ ਗਿਆ ਵਾ। ਔਰ ਇੱਥੇ ਇੱਕ ਡਾਕਟਰ ਜਿਨ੍ਹਾਂ ਨੇ ਡਾਕਟਰ ਸੰਧੂ ਨੇ, ਉਹ ਵਿਚਾਰੇ ਪੂਰੀ ਉੱਥੇ ਦੇਖੋ ਖਾੜਗੀ ਵਿੱਚ ਪੂਰੀ ਮਦਦ ਕਰ ਰਹੇ ਆ, ਸਾਰੇ ਉਹਨਾਂ ਦੀ ਤਾਰੀਫ ਕਰਦੇ, ਮੈਂ ਵੀ ਉਹਨਾਂ ਦੀ ਤਾਰੀਫ ਕਰਦਾ। ਉਹ ਅੱਜ ਹੁਣੋਂ ਗੱਲ ਹੋ ਰਹੀ ਸੀ, ਹੁਣ ਉੱਥੇ ਰਾਤ ਹੈ, ਪਰ ਉਹ ਕਹਿੰਦੇ ਸ਼ੈਲਿੰਗ ਬੰਦ ਹੋਈ ਹੈ, ਮੈਂ ਦੂਜੀ ਬੇਸਮੈਂਟ 'ਚ ਰਾਸ਼ਨ ਪਹੁੰਚਾਉਣ ਜਾ ਰਿਹਾ। ਹਰਦੀਪ ਸਿੰਘ ਹੁਣੀ ਸੋ ਚੰਗੇ ਬੰਦੇ ਵੀ ਹੈਗੇ, ਉਹ ਉੱਥੇ ਭਾਵੇਂ ਬੱਚੇ ਉਹਨਾਂ ਦੇ ਰਾਹੀਂ ਗਏ ਆ, ਪਰ ਉਹ ਅੱਜ ਜੰਗ ਦੇ ਮਾਹੌਲ ਦੇ ਵਿੱਚ ਉਹਨਾਂ ਸਾਰਿਆਂ ਦੀ ਮਦਦ ਕਰ ਰਹੇ। ਮੈਂ ਉਸ ਬੰਦੇ ਦੀ ਤਾਰੀਫ ਕਰਦਾ, ਪਰ ਸਰਕਾਰ ਦੇ ਜਿਹੜੇ ਮੁਲਾਜ਼ਮ ਉੱਥੇ ਬੈਠੇ ਨੇ, ਜਿਹੜੇ 5-5 7-7 ਲੱਖ ਰੁਪਈਆ ਪੇ ਲੈਂਦੇ ਨੇ, ਜਿਨ੍ਹਾਂ ਨਾਲ ਸਾਰਾ ਖਰਚਾ ਸਰਕਾਰ ਚੱਲਦੀ ਹੈ, ਉਹ ਜਿੰਦਰੇ ਮਾਰ ਕੇ ਅੰਦਰ ਬੈਠ ਗਏ ਨੇ। ਜਿਹੜੇ ਸਾਡੇ ਸਿਵਲ ਲੋਕ ਨੇ, ਕਈ NGOs ਨੇ, ਉਹ ਮਦਦ ਲਈ ਬਾਹਰ ਨਿਕਲ ਰਹੇ, ਉਹ ਬੰਬਾਰਡਮੈਂਟ 'ਚ ਹੀ ਨਿਕਲ ਰਹੇ ਆ। ਇਹ ਸਿਰਫ ਤਨਖਾਹਾਂ ਲੈਣ ਨੂੰ ਉੱਥੇ ਰੱਖੇ ਐਮਬੈਸੀਆਂ ਦੇ ਵਿੱਚ, ਵੀ ਸਿਰਫ ਤਨਖਾਹਾਂ ਹੀ ਲੈਣੀਆਂ ਨੇ। ਆਇਲਾ ਸਾਹਿਬ, ਜਿਹੜੀ ਇੰਡੀਅਨ ਗਵਰਨਮੈਂਟ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ, ਤੁਹਾਨੂੰ ਕੀ ਲੱਗ ਰਿਹਾ ਫਿਰ ਇਹ ਦਿਖਾਵਾ ਹੀ ਹੈ? ਉਹ ਗਰਾਊਂਡ ਰਿਐਲਿਟੀ ਤੋਂ ਬੜੀ ਦੂਰ ਹੈ। ਸਿਰਫ ਜਿਹੜੇ ਉਹ ਕਹਿ ਰਹੇ ਬਾਹਰ ਨਾ ਨਿਕਲੋ, ਤਾਂ ਸਾਰੇ ਕਹਿ ਰਹੇ ਬਾਹਰ ਨਾ ਨਿਕਲੋ। ਹੁਣ ਰਾਤ ਐਮਬੈਸੀਆਂ ਨੇ ਕਹਿ ਦਿੱਤਾ, ਜਦੋਂ ਐਮਬੈਸੀ ਚਾਹੁੰਦੀ ਹੈ ਕਿ ਸਾਡੇ ਕੋਲ ਚਲੇ ਜਾਣ, ਆਪੇ ਇਹਨਾਂ ਕੋਈ ਸਕੀਮ ਬਣਾ ਦਿੰਦੇ ਕਿ ਤੁਸੀਂ ਰੇਲਵੇ ਸਟੇਸ਼ਨ ਤੇ ਚਲੇ ਜਾਓ। ਥੋੜੇ ਦਿਨ ਪਹਿਲਾਂ ਕੀਪਚੋੜੇ ਬੱਚੇ ਗਏ ਰੇਲਵੇ ਸਟੇਸ਼ਨ ਤੇ, ਉਹਨਾਂ ਨੂੰ ਭੇਜਤਾ, ਟਿਕਟਾਂ ਤੁਹਾਡੀਆਂ ਹੋ ਗਈਆਂ, ਅੱਗੋਂ ਸਾਰੇ ਉਹਨਾਂ ਨੇ ਵਾਪਸ ਕਰਤੇ ਵੀ ਤੁਹਾਡੀ ਟਿਕਟ ਹੀ ਕੋਈ ਨਹੀਂ ਹੈਗੀ। ਉਹ ਵਿਚਾਰੇ ਐਮਬੈਸੀ 'ਚੋਂ ਬਾਹਰ ਆ ਗਏ ਆ, ਹੁਣ ਬਾਅਦ 'ਚੋਂ ਰਹਿ ਰਹੇ ਨੇ ਜਾ ਕੇ ਫਲਾਈਟਾਂ ਦੇ ਵਿੱਚ। ਪਰੇਸ਼ਾਨੀਆਂ ਦਾ ਆਲਮ ਉਹਨਾਂ ਦੇ ਉੱਤੇ ਟੁੱਟਿਆ ਪਿਆ ਵਾ, ਕਿਉਂਕਿ ਉਹਨਾਂ ਐਮਬੈਸੀ ਨੇ ਆਪਣੇ ਤੋਂ ਖੜਾ ਛੁਟਕਾ ਲਿਆ ਨਾ ਕਿ ਬੱਚੇ ਚਲੋ ਬਾਹਰ ਕੱਢਤੇ ਤਰੀਕੇ ਨਾਲ ਕਿ ਤੁਹਾਨੂੰ ਕੀਵ ਰਾਹੀਂ ਟ੍ਰੇਨ ਰਾਹੀਂ ਤੁਸੀਂ ਨਿਕਲ ਜਾਓ ਇੱਥੋਂ। ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਦੇਖੋ ਬੱਚੇ ਜਿਹੜੇ ਸਾਡੇ ਪੰਜਾਬ ਦੇ ਨੇ, ਪੰਜਾਬ ਦੇ ਬਹਾਦਰ ਬੱਚੇ ਨੇ, ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ, ਘਬਰਾਓ ਨਾ, ਤੁਸੀਂ ਪੈਨਿਕ ਨਾ ਹੋ। ਥੋੜੇ ਹਾਲਾਤ ਕਈ ਵਾਰੀ ਜਦੋਂ ਮਾੜੇ ਹੁੰਦੇ, ਉਹਦੇ 'ਚ ਆਪਾਂ ਨੂੰ ਉਹਦਾ ਇੱਕ ਵਿਉਂਤਬੰਦੀ ਕਰੋਗੇ, ਆਪਾਂ ਕਿਵੇਂ ਨਜਿੱਠਣਾ ਹੈ, ਘੱਟ ਖਾ ਕੇ ਕਿਵੇਂ ਗੁਜ਼ਾਰਾ ਕਰਨਾ ਆ, ਕਿਵੇਂ ਘੱਟ ਪਾਣੀ ਵਰਤਣਾ ਹੈ। ਕਿਉਂਕਿ ਦੇਖੋ ਬੱਚਿਓ, ਅੱਜ ਤੁਹਾਡੇ ਮਾਂ-ਬਾਪ ਵੀ ਇੱਥੇ ਪਰੇਸ਼ਾਨ ਨੇ, ਤੁਸੀਂ ਵੀ ਇੱਥੇ ਪਰੇਸ਼ਾਨ ਜੀ, ਪਰ ਇਹਦਾ ਇੱਕ ਹੀ ਤਰੀਕਾ ਕਿ ਤੁਸੀਂ ਜਿੰਨਾ ਚਿਰ ਜੰਗ ਬੰਦ ਨਹੀਂ ਹੁੰਦੀ, ਤੁਸੀਂ ਕਿਸੇ ਦੇ ਆਖੇ ਲੱਗਿਆ ਆਪਣੀ ਜਗ੍ਹਾ ਨਾ ਛੱਡਿਓ। ਜੇ ਤੁਸੀਂ ਸੇਫ ਜਗ੍ਹਾ 'ਤੇ ਜੇ ਜਾਨ ਬਚੂਗੀ ਤਾਂ ਆਪਾਂ ਸਾਰਾ ਕੁਝ ਠੀਕ ਕਰ ਲਾਂਗੇ, ਪਰ ਜੇ ਕਿਸੇ ਦੇ ਆਖਿਆ ਤੁਸੀਂ ਬਾਹਰ ਨਿਕਲ ਗਏ, ਹੁਣ ਦੋਵਾਂ ਫੌਜਾਂ ਦਾ ਟਕਰਾਅ ਆ, ਉਹ ਫੌਜਾਂ ਦੇ ਟਕਰਾਅ 'ਚ ਪਤਾ ਨਹੀਂ ਕਿਹਨੂੰ ਤੁਹਾਨੂੰ ਕਿਸ ਅੱਖ ਨਾਲ ਵੇਖੇ ਉਹ ਨੁਕਸਾਨ ਕਰਦੇ, ਉਹ ਨੁਕਸਾਨ ਦੀ ਭਰਪਾਈ ਨਹੀਂ ਹੁੰਦੀ। ਸੋ ਕਿਰਪਾ ਕਰਕੇ ਉੱਥੇ ਰਹੋ। ਬਾਕੀ ਅਸੀਂ ਬਤੌਰ ਮੈਂਬਰ ਪਾਰਲੀਮੈਂਟ, ਅਸੀਂ ਸਾਰੇ ਜਿੰਨੇ ਵੀ ਮੇਰੇ ਨਾਲ ਸਾਥੀ ਨੇ ਪੰਜਾਬ ਵਾਲੇ, ਅਸੀਂ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਉਹਨਾਂ ਨੂੰ ਚਿੱਠੀ ਪਾਤੀ ਹੈ ਕਿ ਸਾਨੂੰ ਮਿਲੋ, ਨਹੀਂ ਮਿਲਣਗੇ ਤਾਂ ਅਸੀਂ ਇਹਨਾਂ ਦੇ ਬਾਹਰ ਵੀ ਧਰਨਾ ਸ਼ੁਰੂ ਕਰਾਂਗੇ। ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਹੈ ਨਾ, ਇਹਨੂੰ ਘੇਰਾਂਗੇ। ਜਿਸ ਸਿਮਰਜੀਤ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਲਗਾਤਾਰ ਕਿ ਜੇ ਤੁਸੀਂ ਉੱਥੋਂ ਦਾ ਲੂਣ ਖਾਦਾ ਤੇ ਭਾਰਤੀ ਲੋਕਾਂ ਨੂੰ ਉਹਨਾਂ ਨਾਲ ਮੁਕਾਬਲਾ ਕਰਨਾ ਚਾਹੀਦਾ, ਉਹਨੂੰ ਕਿਸ ਤਰ੍ਹਾਂ ਦੇਖਦੇ? ਮਾਮਾ ਬੈਠੀਆਂ, ਉਹਨਾਂ ਕੋਲ ਸਿਮਰਜੀਤ ਮਾਨ ਦਾ ਬਿਆਨ ਲੈ ਲਓ, ਉਦੋਂ ਦਾ ਜਵਾਬ ਉਹਨਾਂ ਨੇ ਦੇਣਾ ਹੈ। ਇਹ ਭਰਤੀ ਹੋਣ ਗਏ ਸੀ, ਡਾਕਟਰੀ ਕਰਨ ਗਏ ਸੀ, ਜੇ ਤੇ ਫੌਜ 'ਚ ਭਰਤੀ ਹੋਣ ਗਏ ਜਾਂ ਇਹਨਾਂ ਨੇ ਲਾਹਾ ਲਿਆ ਉਸ ਕੰਟਰੀ ਤੋਂ, ਇਹ ਤਾਂ ਕਹਿ ਸਕਦੇ ਜੀ। ਪਰ ਜਿਹੜੇ ਬੰਦੇ ਉਹਦੀ ਇਕਨੋਮੀ ਚਲਾਉਂਦੇ, ਜਿਹਨਾਂ ਕਰੋੜ ਰੁਪਈਆ ਉਸ ਕੰਟਰੀ ਨੂੰ ਦਿੱਤਾ, ਉੱਥੇ ਲਿਖਿਆ ਸੀ ਉਹਨਾਂ ਨੇ ਕਿ ਸਾਡੀ ਆਰਮੀ ਦਾ ਵੀ ਸਾਥ ਦਿਓ। ਉਹਨਾਂ ਦਾ ਨਮਕ ਨਹੀਂ ਖਾਦਾ, ਉਹਨਾਂ ਨੂੰ ਨਮਕ ਖਵਾਇਆ ਇੰਡੀਅਨ ਨੇ। ਉਹ ਆਪਣੀ ਗੱਲ ਦਾ ਜਿਹੜੇ ਉਹ ਕੰਟਰੀ ਆ, ਉਹ ਘੱਟੋ ਘੱਟ ਜਿਹੜਾ ਨਮਕ ਇੰਡੀਆ ਨੇ ਖਵਾਇਆ ਉਹਦਾ ਹੀ ਮੋੜ ਦੇਣ ਵੀ ਬੱਚੇ ਜਿਹੜੇ ਮਾਂ ਪਿਓ ਦਾ, ਉਹ ਮਾਂ ਨੂੰ ਪੁੱਛੋ ਕਿ ਬੱਚਾ ਨੇ ਜੰਗ 'ਚ ਭਰਤੀ ਕਰਨ ਲਈ ਭੇਜਿਆ ਸੀ,
ਮਾਨ ਸਾਹਿਬ ਕੋਹਾਂ ਦੂਰ ਗੱਲ ਕਰਦੇ ਨੇ, ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮਾਂ ਦੇ ਦਿਲ ਦਾ ਟੋਟਾ ਪੁੱਛੋ, ਸਾਰਿਆਂ ਦੇ ਅੱਖਾਂ 'ਚ ਅਥਰੂ ਨੇ ਜਿੰਨੀਆਂ ਮਾਵਾਂ ਇੱਥੇ ਬੈਠੀਆਂ, ਦੇਖਿਆ ਨਹੀਂ ਜਾਂਦਾ। ਮੈਨੂੰ ਪੁੱਛੋ ਮੇਰੀ ਬੇਟੀ ਇਹਨਾਂ ਨੂੰ ਪੁੱਛੋ ਇਹ ਕੀ ਬੇਟੀ ਨੂੰ ਹਥਿਆਰ ਦੇਣ ਨਹੀਂ ਭੇਜਿਆ? ਸਿਮਰਨਜੀਤ ਮਾਨ ਨੂੰ ਨਹੀਂ, ਜਿਹੜੇ ਇਹ ਤੱਥਾਂ ਤੋਂ ਦੂਰ ਦੀਆਂ ਗੱਲਾਂ ਕਰਦੇ ਨੇ ਔਰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹਨਾਂ ਦੇ ਦਿਲ ਬਲੂੰਦਰੇ ਜਾਂਦੇ, ਜਿੱਦਣ ਭਰਤੀ ਕਰ ਲਈ ਭੇਜਾਂਗੇ ਨਾ ਉਹ ਸਾਡੇ ਲੜਦੇ ਨੇ, ਉਹ ਲੜਨਗੇ ਵੀ। ਜੀ ਠੀਕ ਹੈ, ਥੈਂਕ ਯੂ।